पाद पंकज बंदन सिमरो अंगद दोख निकंदन अमरदास गुर हृदय तिहावो हृदय तिहावो श्री गुरु रामदास गुण गावो गुरु अर्जन बिगनन के नासक बिगनन के नासक श्री गुरु हर गोबिंद शुभ समत प्रकाशक गुरु हर राय नमोकार जोरी नमोकार जोरी श्री हर कृष्ण मनाए बहोरी तेग बहादुर परम कृपाला परम कृपाला श्री गुरु गोबिंद सिंह विसाला तरुं तरा पर पुन पुन सीसा पुन पुन सीसा बंदों बार बार जगदीसा जिसमें अमृत ज्ञान है माणक भगत बैराग श्री गुरु ग्रंथ साहिब उदद बंदों कर अनुराग श्री गुर शब्द कमाए जिन जीते पंच विकार तिन संतन को बंदना सिर चरणन पर तार एकंकारा सतगुरु तेह प्रसाद सच होए वाहे गुरु जी की फतेह बिघन विनाशन सोए वाहे गुरु जी की फतेह बिघन विनाशन सोए। सतनाम श्री वाहेगुरु साहिब जी दोहरा नामे ते सब कुछ बनियो खंड ब्रह्मांड शरीर सो क्यों नाम बिसारियो नित समार मत धीर नामे ते सब कुछ बनियो। वाहेगुरु जी का खालसा वाहेगुरु जी की फतेह। सच्चे पातशाह गरीब नवाज सतगुरु धन साहिब श्री गुरु ग्रंथ साहिब जी महाराज सतगुरु जी की किरपा रहमत सदका सत संगत दियां पवित्र घड़ियां जिंदगी के सवासां नूं सफल करने वास्ते प्राप्त हुईयां हन। महाराज जी दे पवित्र जस की कथा कविराज कवि भाई संतोख सिंह जी श्री गुरु नानक प्रकाश ग्रंथ की आरंभता कर रहे हैं। सतगुरां जी के चरणों का मंगलाचरण करदियां होइयां कविराज हुण नाम की महिमा कह रहे हैं। वाहिगुरु नाम तो बिना
ਸੰਸਾਰ ਵਿੱਚ ਜੀਵ ਦੇ ਸਾਰੇ ਸਵਾਸ ਵਿਅਰਥ ਚਲੇ ਜਾਂਦੇ ਹੈ। ਜਿੰਨੀ ਵੀ ਕਿਸੇ ਕੋਲ ਕੋਈ ਪ੍ਰਭਤਾ ਹੈ, ਸੰਸਾਰ ਵਿੱਚ ਕੋਈ ਮਾਣ ਵਡਿਆਈ ਹੈ, ਸਭ ਕੁਝ ਨਾਮ ਤੋਂ ਹੀ ਪ੍ਰਾਪਤ ਹੋਇਆ ਹੈ। ਚੌਹਾਂ ਯੁੱਗਾਂ ਦੇ ਭਗਤ ਨਾਮ ਦਾ ਪ੍ਰਤਾਪ ਜਾਣਦੇ ਹੈ। ਜਿੰਨੇ ਵੀ ਕੋਈ ਤਿੰਨਾਂ ਲੋਕਾਂ ਵਿੱਚ ਸ਼ਕਤੀ ਵਾਲੇ ਹੈ ਜਾਂ ਕੋਈ ਪ੍ਰਭਾਵ ਵਾਲੀਆਂ ਚੀਜ਼ਾਂ ਹਨ, ਜਿਨ੍ਹਾਂ ਦਾ ਰੰਗ ਬਹੁਤ ਜ਼ਿਆਦਾ ਜਿਹੜਾ ਉਹ ਦਮਕਾ ਮਾਰਦਾ ਏ, ਉੱਜਲ ਸਰੀਰ ਹੈ, ਕਵੀਰਾਜ ਕਹਿੰਦੇ ਉਹ ਸਭ ਕੁਝ ਨਾਮ ਦੇ ਪ੍ਰਤਾਪ ਕਰਕੇ ਹੀ ਹੈ। ਜਿਨ ਜਿਨ ਨਾਮ ਜਪਿਆ ਏ, ਉਹਨੇ ਪ੍ਰਸਿੱਧੀ ਨੂੰ ਪਾਇਆ ਹੈ। ਨਾਮ ਸਭ ਨੂੰ ਉੱਜੜ ਕਰ ਦਿੰਦਾ ਏ, ਸਭ ਪਾਪਾਂ ਨੂੰ ਧੋ ਦਿੰਦਾ ਏ। ਵਾਹਿਗੁਰੂ ਦੇ ਨਾਮ ਨੂੰ ਜੀਵ ਭੁਲਾ ਕਰਕੇ ਤੂੰ ਸੰਸਾਰ ਵਿੱਚ ਆਪਣਾ ਸਮਾਂ ਬਤੀਤ ਕਰਦਾ ਏ। ਕਵੀਰਾਜ ਜੀ ਨੇ ਸਤਿਗੁਰੂ ਜੀ ਦੀ ਬਾਣੀ ਤੋਂ ਜਿਵੇਂ ਸਿੱਖਿਆ ਮਿਲਦੀ ਹੈ, ਉਹ ਸਰੋਤ ਰੱਖ ਕਰਕੇ ਉਪਦੇਸ਼ ਦਿੱਤਾ ਕਿ ਜੋ ਕੁਝ ਇਹ ਵਿਭੂਤੀ ਦਿਸਦੀ ਹੈ, ਸੰਸਾਰ ਵਿੱਚ ਦਿਖਾਈ ਦਿੰਦਾ ਹੈ, ਧਨ ਪਦਾਰਥ, ਇਹ ਰਿਸ਼ਤੇ, ਇਹ ਮੋਹ ਦੇ ਬੰਧਨ, ਸਭ ਕੁਝ ਹੀ ਇਹ ਟੁੱਟ ਜਾਂਦੇ ਹੈ। ਜਦੋਂ ਜੀਵ ਦੇ ਅੰਤ ਦਾ ਸਮਾਂ ਆਉਂਦਾ ਏ, ਜਿਉਂਦਿਆਂ ਜੀ ਜੇ ਆਪਣੇ ਬੰਧਨ ਨਹੀਂ ਤੋੜ ਸਕਿਆ ਤਾਂ ਫਿਰ ਮਹਾਰਾਜ ਨੇ ਬਾਣੀ ਵਿੱਚ ਵੀ ਕਿਹਾ ਨਾ, ਹੇਤ ਕੇ ਬੰਧਨ ਤੋੜ ਨਾ ਸਕਹਿ, ਤਾਂ ਜਮ ਕਰੇ ਖੁਆਰੀ ਜੀਓ। ਜਿਹੜੇ ਮੋਹ ਦੇ ਪਏ ਹੋਏ ਬੰਧਨ, ਇਹ ਜੀਵ ਤੂੰ ਨਾਮ ਜਪ ਕਰਕੇ ਜੇ ਨਹੀਂ ਤੋੜ ਸਕਿਆ ਤਾਂ ਜਮ ਫਿਰ ਤੈਨੂੰ ਖੁਆਰ ਕਰਨਗੇ, ਬਹੁਤ ਬੇਪਤ ਕਰਨਗੇ। ਆਪਣੇ ਅਮੋਲਕ ਸਵਾਸਾਂ ਨੂੰ ਅਜਾਈ ਨਾ ਗਵਾ, ਵਾਹਿਗੁਰੂ ਨਾਮ ਜਪ ਕਰਕੇ ਇਹਨਾਂ ਸਵਾਸਾਂ ਨੂੰ ਸਫਲਿਆਂ ਕਰ ਲੈ। ਇਉਂ ਕਵੀਰਾਜ ਜੀ ਨੇ ਜੋ ਕੱਲ ਉਪਦੇਸ਼ ਆਇਆ ਸੀਗਾ ਕਿ ਜਿਹ ਕਰਨਾ ਤੇ ਰੂਪ ਅਨੂਪਾ, ਜਿਸ ਵਾਹਿਗੁਰੂ ਦੀ ਕਿਰਪਾ ਕਰਕੇ ਤੇਰਾ ਬਹੁਤ ਸੁੰਦਰ ਸਰੂਪ ਹੈ, ਵੇਖ ਕਿਹੋ ਜੀ ਬਣਤਰ ਤੋਂ ਕਿਹੋ ਜਿਹਾ ਤੇਰਾ ਸਰੀਰ ਵਾਹਿਗੁਰੂ ਜੀ ਨੇ ਨਰ ਨਰੈਣੀ ਦੇਹੀ ਬਣਾ ਦਿੱਤੀ ਹੈ, ਤੇ ਉਸ ਨਿਰੰਕਾਰ ਦੇ ਨਾਮ ਨੂੰ ਛੱਡ ਕਰਕੇ ਤੂੰ ਰਸਾਂ ਦੇ ਅੰਨੇ ਖੂਹ ਵਿੱਚ ਡਿੱਗ ਗਿਆ ਹੈ। ਰਸਾਂ ਕਸਾਂ 'ਚ ਹੀ ਫਸਿਆ ਰਹਿਣਾ, ਕਦੇ ਪਰਮੇਸ਼ਰ ਨੂੰ ਚੇਤੇ ਨਹੀਂ ਕਰਦਾ। ਜਿਸ ਵਾਹਿਗੁਰੂ ਨੇ ਕਿਰਪਾ ਕਰਕੇ ਤੈਨੂੰ ਸਭ ਪਦਾਰਥ ਦਿੱਤੇ ਹੈ, ਫਿਰ ਤੂੰ ਉਸ ਨੂੰ ਛੱਡ ਕਰਕੇ ਆਪਣਾ ਮਤਲਬ ਸੰਸਾਰੀ ਪਦਾਰਥਾਂ ਵਾਸਤੇ ਹੀ ਰੱਖ ਦੇਣਾ। ਸਭ ਕੁਝ ਲੈ ਕਰਕੇ 10 ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਬਿਖੋਟ ਗਵਾਵੈ, ਏਕ ਭੀ ਨਾ ਦੇ 10 ਪੀਹਰ ਲੈ, ਤਉ ਮੂੜਾ ਕਹੋ ਕਹਾ ਕਰੇ, ਜਿਸ ਠਾਕੁਰ ਸਿਉ ਨਾਹੀ ਚਾਰਾ, ਤਾ ਕੋ ਕੀਜੈ ਸਦ ਨਮਸਕਾਰਾ। ਇਸ ਕਰਕੇ ਤੂੰ ਮਤਲਬ ਤੇਰਾ ਪਦਾਰਥਾਂ ਵਾਸਤੇ ਹੀ ਹੈ, ਵਾਹਿਗੁਰੂ ਨੂੰ ਦਿਲ ਦੀ ਪ੍ਰੀਤ ਨਾਲ ਚੇਤੇ ਨਹੀਂ ਕਰਦਾ ਹੈ। ਮਨ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਨੇ, ਹੇ ਮਨਾ ਅਜੇ ਹੀ ਜਾਣ ਲੈ, ਵੇਖ ਤੇਰੇ ਕੋਲ ਅਜੇ ਸਮਾਂ ਹੈ, ਅਜੇ ਹੀ ਸਮਝ ਕਰ ਲੈ। ਜਿਸ ਦੀ ਕਿਰਪਾ ਦੇ ਕਰਕੇ ਤੈਨੂੰ ਸਾਰੇ ਮਾਣ ਦਿੰਦੇ, ਵਡਿਆਈ ਦਿੰਦੇ ਹੈ, ਤੇ ਤੂੰ ਉਸ ਵਾਹਿਗੁਰੂ ਨੂੰ ਜਪਦਾ ਨਹੀਂ, ਮਿੱਠੇ ਜਾਣ ਕਰਕੇ ਵਿਸ਼ਿਆਂ ਨੂੰ ਭੋਗੀ ਜਾਂਦਾ। ਵਾਹਿਗੁਰੂ ਦਾ ਨਾਮ ਜੋ ਸੁਖਦਾਈ ਹੈ, ਉਹਨੂੰ ਕੌੜਾ ਜਾਣ ਕਰਕੇ ਬਹੁਤ ਜ਼ਿਆਦਾ ਤੂੰ ਮਨ ਤੋਂ ਭੁਲਾ ਹੀ ਦਿੱਤਾ ਹੈ, ਤਿਆਗ ਹੀ ਦਿੱਤਾ ਹੈ। ਨਾਮ ਦੇ ਜਪਣ ਦੀ ਵੱਡੀ ਵਡਿਆਈ ਕਵੀਰਾਜ ਜੀ ਨੇ ਕਹੀ ਹੈ ਕਿ ਨਾਮ ਤੋਂ ਬਿਨਾਂ ਸਾਰਾ ਜੋ ਕੁਝ ਜੀਵ ਕਰਦਾ ਹੈ, ਜੋ ਕੁਝ ਕਮਾਉਂਦਾ ਹੈ, ਜਿੰਨੇ ਕੋਈ ਯਤਨ ਕਰਦਾ ਹੈ, ਸਭ ਵਿਅਰਥ ਚਲੇ ਜਾਂਦੇ ਹੈ, ਕਿਸੇ ਵੀ ਅਰਥ ਨਹੀਂ ਆਉਂਦੇ।
ਹੋਰ ਹੁਣ ਨਾਮ ਦੀ ਮਹਿਮਾ ਜਿਵੇਂ ਅੱਜ ਆ ਰਹੀ ਹੈ ਕਥਾ, ਆਓ ਪਿਆਰ ਸਰਦਾ ਨਾਲ ਸਰਵਣ ਕਰੀਏ। ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨਾਮੇ ਤੇ ਸਭ ਕੁਛ ਬਣਿਓ। ਕਵਿਰਾਜ ਜੀ ਫਰਮਾਉਂਦੇ ਐ, ਇਹ ਜੋ ਕੁਝ ਵੀ ਦਿਸਦੀ ਹੈ ਬਣਾਵਟ, ਇਹ ਸਭ ਕੁਛ ਨਾਮ ਤੋਂ ਹੀ ਬਣਿਆ ਹੈ। ਖੰਡ ਬ੍ਰਹਮੰਡ ਸਰੀਰ, ਜੋ ਇਹ ਖੰਡ ਧਰਤੀ ਦੇ ਟੁਕੜੇ ਹਨ, ਜੋ ਇਹ ਵੱਡਾ ਬ੍ਰਹਮੰਡ ਹੈ, ਤੇ ਜੋ ਇਹ ਸਰੀਰ ਹੈ ਇਸ ਧਰਤੀ ਦੇ ਉੱਤੇ ਵਸਣ ਵਾਲੇ, ਇਸ ਬ੍ਰਹਮੰਡ ਦੇ ਅੰਦਰ ਗੁਪਤ ਪ੍ਰਗਟ ਜਿੰਨੇ ਜੀਵ ਹਨ, ਸਭ ਦੀ ਉਤਪਤੀ ਨਾਮ ਤੋਂ ਹੀ ਹੋਈ ਹੈ। ਇਹ ਸਤਿਗੁਰਾਂ ਜੀ ਨੇ ਆਪਣੀ ਬਾਣੀ ਵਿੱਚ ਹੀ ਕਿਹਾ, ਵਾਹਿਗੁਰੂ ਨੇ, ਪਰਮੇਸ਼ਰ ਨੇ ਆਪਣੇ ਮੁਖ ਤੋਂ ਨਾਮ ਦਾ ਉਚਾਰਨ ਕੀਤਾ ਸੀ ਤੇ ਸਾਰੀ ਕਾਇਨਾਤ ਸਿਰਜ ਦਿੱਤੀ ਸੀਗੀ। ਇਉਂ ਕਬੀਰਾਜ ਕਹਿੰਦੇ ਐ, ਜੋ ਕੁਝ ਦਿਖਾਈ ਦਿੰਦਾ ਹੈ ਸਾਨੂੰ ਅੱਖਾਂ ਦੇ ਨਾਲ, ਇਹ ਧਰਤੀਆਂ, ਇਹ ਤਾਰੇ, ਇਹ ਸੂਰਜ, ਚੰਦਰਮਾ, ਆਕਾਸ਼, ਹਵਾ, ਪਾਣੀ, ਇਹ ਜੋ ਕੁਝ ਵੀ ਦਿਖਾਈ ਦਿੰਦਾ ਸਭ ਨਾਮ ਤੋਂ ਉਤਪਤ ਹੋਇਆ ਹੈ। ਅਤੇ ਵੱਡਾ ਬ੍ਰਹਮੰਡ, ਧਰਤੀ ਦੇ ਟੁਕੜੇ ਤੇ ਇਸ ਦੇ ਵਿੱਚ ਵਸਣ ਵਾਲੇ ਗੁਪਤ ਪ੍ਰਗਟ ਸਾਰੇ ਸਰੀਰ ਨਾਮ ਤੋਂ ਹੀ ਬਣੇ ਹਨ। ਸੋ ਕਿਉ ਨਾਮ ਵਿਸਾਰਿਓ, ਐਸੇ ਨਾਮ ਨੂੰ ਹੈ ਮਨਾ ਤੂੰ ਕਿਉਂ ਵਿਸਾਰ ਦਿੱਤਾ ਏ। ਨਿਤ ਸਮਾਰ ਮਤ ਧੀਰ, ਨਿਤਾ ਪ੍ਰਤੀ ਚੇਤੇ ਕਰ, ਨਿਤਾ ਪ੍ਰਤੀ ਵਾਹਿਗੁਰੂ ਨਾਮ ਦਾ ਸਿਮਰਨ ਕਰ, ਧੀਰਜ ਧਾਰ ਕਰਕੇ ਇਤਮਾਨ ਨਾਲ ਬਹੁਤ ਸਹਿਜ ਵਿੱਚ ਵਾਹਿਗੁਰੂ ਨਾਮ ਨੂੰ ਜਪਿਆ ਕਰ। ਪ੍ਰੇਮ ਨਾਲ ਜਪੇਂਗਾ ਤੇ ਫਿਰ ਤੇਰੇ ਸਰੀਰ ਦੀ ਐਸੀ ਜਿਹੜੀ ਆ ਅਵਸਥਾ ਆਵੇਗੀ ਕਿ ਸਰੀਰ ਦੇ ਸਭ ਬੰਧਨਾਂ ਤੋਂ ਤੂੰ ਛੁੱਟ ਜਾਵੇਂਗਾ। ਜੋ ਕੁਝ ਸਰੀਰ ਨੂੰ ਵਿਆਪਦਾ ਹੈ ਨਾ, ਉਹ ਬੰਧਨ ਤੋਂ ਤੂੰ ਆਜ਼ਾਦ ਹੋ ਜਾਵੇਂਗਾ। ਮਨ ਨੂੰ ਜਿਹੜੇ ਬੰਧਨ ਪਏ ਐ ਉਹਨਾਂ ਤੋਂ ਵੀ ਨਾਮ ਛੁਡਾ ਲਵੇਗਾ। ਨਾਮ ਕਰਕੇ ਹੀ ਸਾਰਾ ਕੁਝ ਬਣਿਆ ਹੈ। ਇਸ ਕਰਕੇ ਤੂੰ ਨਾਮ ਨੂੰ ਸਦਾ ਹੀ ਸੰਭਾਰ ਚੇਤੇ ਕਰ, ਧੀਰਜ ਧਾਰੀ ਬਣ ਕਰਕੇ, ਧੀਰਜ ਮਨ ਵਿੱਚ ਰੱਖ ਕਰਕੇ, ਨਿਸ਼ਚਾ ਰੱਖ ਕੇ ਵਾਹਿਗੁਰੂ ਨਾਮ ਨੂੰ ਜਪਿਆ ਕਰ। ਸਵਈਆ ਨਾਗਨ ਤੇ ਪੁਨ ਸਾਗੁਨ ਤੇ। ਹੁਣ ਕਵਿਰਾਜ ਕਹਿੰਦੇ ਐ, ਨਿਰਗੁਣ ਸਰੂਪ ਤੋਂ ਤੇ ਪੁਨ ਫਿਰ ਸਰਗੁਣ ਸਰੂਪ ਤੋਂ। ਗੁਰ ਕੇ ਮਤ ਮੈਂ ਵੱਡ ਨਾਮ ਪਛਾਨੋ। ਗੁਰੂ ਮਹਾਰਾਜ ਜੀ ਦੇ ਮਤ ਸਿਧਾਂਤ ਦੇ ਅੰਦਰ, ਗੁਰੂ ਸਾਹਿਬ ਜੀ ਦੇ ਧਰਮ ਦੇ ਅੰਦਰ, ਘਰ ਦੇ ਅੰਦਰ ਨਾਮ ਨੂੰ ਵੱਡਾ ਪਛਾਨਣਾ ਕਰੋ। ਨਿਰਗੁਣ ਸਰੂਪ ਤੋਂ ਅਤੇ ਸਰਗੁਣ ਸਰੂਪ ਤੋਂ ਨਾਮ ਵੱਡਾ ਹੈ। ਇਹ ਗੁਰੂ ਘਰ ਦੇ ਮਤ ਦੇ ਅੰਦਰ ਇਹ ਸਿਧਾਂਤ ਹੈ ਕਿ ਨਾਮ ਵੱਡਾ ਹੈ। ਸ੍ਰੀ ਮੁਖ ਨਾਨਕ ਗੋਬਿੰਦ ਸਿੰਘ। ਸ੍ਰੀ ਮੁਖ ਤੋਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਅਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ। ਵੱਡੋ ਸਭ ਤੇ ਕਹਿ ਨਾਮ ਬਖਾਨੋ। ਸਾਰਿਆਂ ਤੋਂ ਵੱਡਾ ਨਾਮ ਨੂੰ ਕਹਿ ਕੇ ਕਥਨ ਕੀਤਾ ਹੈ। ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਨਾਮ ਨੂੰ ਵੱਡਾ ਦੱਸਿਆ। ਫਿਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਨਾਮ ਨੂੰ ਸਭ ਤੋਂ ਵੱਡਾ ਕਥਨ ਕੀਤਾ ਏ। ਵੇਦ ਪੁਰਾਨ ਗ੍ਰੰਥ ਭਨੈ। ਫਿਰ 4 ਵੇਦ ਕਹਿੰਦੇ ਐ, 18 ਪੁਰਾਣ ਕਹਿੰਦੇ ਐ, ਵੇਦ ਪੁਰਾਨ ਗ੍ਰੰਥ ਭਨੈ। ਤੇ ਇਸ ਪ੍ਰਕਾਰ ਬਹੁਤ ਸਾਰੇ ਜਿਹੜੇ ਗ੍ਰੰਥ ਹਨ ਉਹ ਵੀ ਕਹਿੰਦੇ ਹਨ, ਅਥਵਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਵੀ ਨਾਮ ਨੂੰ ਸਭ ਤੋਂ ਵੱਡਾ ਕਹਿੰਦੇ ਐ। ਇਸ ਪ੍ਰਕਾਰ ਜਿਹੜੇ ਵੇਦ ਹਨ, ਪੁਰਾਣ ਹਨ, ਸਿਮਰਤ ਹਨ, ਮਹਾਰਾਜ ਨੇ ਕਿਹਾ ਨਾ ਕਿ ਵੇਦ ਪੁਰਾਣ
ਜਿਹੜੇ ਹਨ ਇਹ ਸਾਰੇ ਨਾਮ ਨੂੰ ਹੀ ਜਿਹੜੇ ਆ ਉਹ ਵੱਡਾ ਦੱਸਦੇ ਆ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਨਾਮ ਤੋਂ ਬਿਨਾ ਸਭ ਕੁਝ ਝੂਠ ਵੈ। ਇਹ ਸਾਰੇ ਹੀ ਧਾਰਮਿਕ ਗ੍ਰੰਥ ਇਸ ਗੱਲ ਦੀ ਗਵਾਹੀ ਭਰਦੇ ਹਨ ਤੇ ਨਾਮ ਨੂੰ ਸਭ ਤੋਂ ਵੱਡਾ ਕਹਿੰਦੇ ਹਨ। ਕਵ ਕੋਵਿਦ ਜੇ ਸਭ ਹੀ ਮਨ ਮਾਨੋ। ਜਿਹੜੇ ਕਵੀ ਗੁਣੀ ਲੋਕ ਹੈ, ਕੋਵਿਦ ਜਿਹੜੇ ਪੰਡਤ ਗਿਆਨੀ ਲੋਕ ਹਨ, ਇਸ ਪ੍ਰਕਾਰ ਕਵ ਕੋਵਿਦ ਜੇ ਸਭ ਹੀ ਮਨ ਮਾਨੋ। ਇਹ ਸਾਰੇ ਹੀ ਮਨ ਦੇ ਅੰਦਰ ਇਸ ਗੱਲ ਦੇ ਉੱਤੇ ਜਿਹੜਾ ਹੈ ਮੰਨਣ ਕਰਦੇ ਹੈ ਕਿ ਨਾਮ ਹੀ ਸਭ ਤੋਂ ਵੱਡਾ ਹੈ। ਸਿਆਣੇ ਕਵੀ ਵੀ ਇਸ ਗੱਲ ਨੂੰ ਮੰਨਦੇ ਹੈ। ਵੱਡੇ ਵੱਡੇ ਕੋਵਿਦ ਪੰਡਤ ਵਿਦਵਾਨ ਜਿਹੜੇ ਹੈ ਉਹ ਵੀ ਇਸ ਗੱਲ ਦੇ ਉੱਤੇ ਜਿਹੜਾ ਹੈ ਮੰਨਣ ਕਰਦੇ ਹੈ ਕਿ ਵਾਹਿਗੁਰੂ ਨਾਮ ਹੀ ਸਭ ਤੋਂ ਵੱਡਾ ਹੈ। ਰੇ ਮਨ ਮੂੜ ਸੋ ਨਾਮ ਪ੍ਰਤਾਪ ਹੈ। ਇਹ ਮੇਰੇ ਮੂਰਖ ਮਨਾ, ਜਿਹੜਾ ਉਸ ਨਾਮ ਦਾ ਪ੍ਰਤਾਪ ਹੈ ਵਾਹਿਗੁਰੂ ਨਾਮ ਦਾ। ਜਾਣ ਅਜਾਨ ਭਇਓ ਕਿਮ ਜਾਨੋ। ਤੂੰ ਜਾਣ ਕਰਕੇ ਵੀ ਕਿਵੇਂ ਅਣਜਾਣ ਬਣਿਆ ਹੋਇਆ ਹੈ। ਇਹ ਗੱਲ ਨਹੀਂ ਜਾਣੀ ਜਾਂਦੀ ਕਿ ਕਿਵੇਂ ਤੂੰ ਸਭ ਕੁਝ ਜਾਣ ਕੇ ਵੀ ਅਣਜਾਣ ਬਣਿਆ ਹੋਇਆ। ਸੁਣਦਾ ਵੀ ਹੈ ਤੇ ਫਿਰ ਵੀ ਭਜਨ ਵਿੱਚ ਜੁੜਦਾ ਹੀ ਨਹੀਂ। ਜਾਣ ਬੁੱਝ ਕਰਕੇ, ਜਿਵੇਂ ਮਹਾਰਾਜ ਨੇ ਕਿਹਾ ਨਾ ਕਿ ਜਾਣ ਬੂਝ ਕੇ ਬਾਵਰੈ ਤਾਂ ਕਾਜ ਵਿਗਾਰਿਓ। ਪਾਪ ਕਰਤ ਸੁਕੁਚਿਓ ਨਹੀਂ। ਤੂੰ ਪਾਪ ਕਰਦਿਆਂ ਹੋਇਆ ਆਪਣੇ ਆਪ ਵਿੱਚ ਸੰਕੋਚ ਨਹੀਂ ਕੀਤਾ, ਡਰ ਨਹੀਂ ਮੰਨਿਆ, ਨਹਿ ਗਰਭ ਨਿਵਾਰਿਓ, ਨਾ ਹੰਕਾਰ ਦੂਰ ਕੀਤਾ। ਵੇਖ, ਇਹ ਜਾਣ ਬੁੱਝ ਕੇ ਤੂੰ ਕਮਲਿਆਂ ਦੀ ਤਰ੍ਹਾਂ ਆਪਣਾ ਜਿਹੜਾ ਕਾਰਜ ਹੈ ਨਾ ਉਹਨੂੰ ਵਿਗਾੜਿਆ ਹੈ। ਇਸ ਪ੍ਰਕਾਰ ਕਵੀਰਾਜ ਕਹਿੰਦੇ ਐ, ਸਭ ਕੁਝ ਜਾਣ ਕਰਕੇ ਵੀ, ਸਮਝ ਕਰਕੇ ਵੀ ਤੂੰ ਅਣਜਾਣ ਕਿਉਂ ਬਣ ਰਿਹਾ ਹੈ? ਕਿਉਂ ਨਹੀਂ ਭਜਨ ਵਿੱਚ ਆਪਣਾ ਚਿੱਤ ਜੋੜਦਾ ਹੈ? ਇਹ ਕਹਿੰਦੇ ਹੁਣ ਕਿਵੇਂ ਤੈਨੂੰ ਸਮਝਾਵੇ ਕੋਈ? ਇਹ ਤਾਂ ਗੁਰੂ ਮਹਾਰਾਜ ਦਾ ਉਪਦੇਸ਼ ਦੇ ਤੈਨੂੰ ਸੁਣਨ ਨੂੰ ਮਿਲਿਆ ਤੇ ਸੁਣ ਕਰਕੇ ਉਹਦੀ ਕਮਾਈ ਕਰ ਲੈ। ਹੋਰ ਕੋਈ ਵੇਲਾ ਨਹੀਂ ਹੁਣ ਜੇ ਤੇਰੇ ਹੱਥ ਆਵੇਗਾ। ਇਸ ਕਰਕੇ ਤੂੰ ਹੁਣ ਭਜਨ ਵਿੱਚ ਚਿੱਤ ਜੋੜ। ਇਹ ਕਿਵੇਂ ਹੁਣ ਤੈਨੂੰ ਕੋਈ ਹੋਰ ਸਮਝਾਵੇ? ਇਹ ਕਿਵੇਂ ਜਾਣਿਆ ਜਾਵੇ ਹੁਣ ਕਿ ਤੂੰ ਸਮਝ ਜਾਵੇਂਗਾ? ਤੂੰ ਜਾਣ ਬੁੱਝ ਕਰਕੇ ਹੀ ਇਹ ਗਲਤੀ ਕਰ ਰਿਹਾ ਹੈ, ਅਣਜਾਣ ਬਣ ਰਿਹਾ ਹੈ। ਹੇ ਮੂਰਖ ਮਨਾ, ਵਾਹਿਗੁਰੂ ਨਾਮ ਦਾ ਭਜਨ ਕਰਿਆ ਕਰ। ਸਵਈਆ ਨਾ ਗੁਣ ਤੇ ਇਮ ਜਾਣ ਵੱਡੋ। ਕਹਿੰਦੇ ਆ ਹੁਣ ਨਿਰਗੁਣ ਸਰੂਪ ਤੇ ਨਾਮ ਨੂੰ ਇਸ ਤਰ੍ਹਾਂ ਵੱਡਾ ਜਾਣਨਾ ਕਰੋ। ਸਿੱਧ ਕਰਕੇ ਕਵੀਰਾਜ ਦੱਸਦੇ ਆ। ਹੁਣ ਪਹਿਲਾਂ ਦੱਸਿਆ ਹੈ ਕਿ ਗੁਰੂ ਘਰ ਦੇ ਸਿਧਾਂਤ ਵਿੱਚ ਨਾਮ ਨੂੰ ਨਿਰਗੁਣ ਸਰੂਪ ਤੋਂ ਤੇ ਸਰਗੁਣ ਸਰੂਪ ਤੋਂ ਵੱਡਾ ਕਥਨ ਕੀਤਾ ਜਾਂਦਾ ਹੈ। ਹੁਣ ਕਵੀਰਾਜ ਜੀ ਜਿਹੜਾ ਹੈ ਉਹ ਦ੍ਰਿਸ਼ਟਾਂਤ ਦੇ ਕਰਕੇ ਸਿੱਧ ਕਰਦੇ ਹਨ। ਪਹਿਲੋਂ ਨਿਰਗੁਣ ਸਰੂਪ ਤੋਂ ਨਾਮ ਨੂੰ ਵੱਡਾ ਕਥਨ ਕਰਨ ਲੱਗੇ ਹਨ। ਨਾਗੁਣ ਤੇ ਇਮ ਜਾਨ ਵੱਡੋ। ਕਹਿੰਦੇ ਨਿਰਗੁਣ ਸਰੂਪ ਤੋਂ, ਪਰਮੇਸ਼ਰ ਦੇ ਨਿਰਗੁਣ ਸਰੂਪ ਤੋਂ ਨਾਮ ਨੂੰ ਇਸ ਤਰ੍ਹਾਂ ਵੱਡਾ ਸਮਝਣਾ ਕਰੋ, ਜਾਣਨਾ ਕਰੋ। ਪਰਮਾਤਮਾ ਦੇਹਨ ਮੈਂ ਸਭ ਸੋ। ਤੇ ਜੋ ਪਰਮਾਤਮਾ ਹੈ, ਪਰਮੇਸ਼ਰ ਹੈ ਨਿਰਗੁਣ ਸਰੂਪ, ਉਹ ਤਾਂ ਸਭ ਦੇਹਾਂ ਦੇ ਅੰਦਰ ਹੈ। ਚੇਤਨ ਰੂਪ ਵਿੱਚ ਉਹ ਸਭ ਦੇ ਅੰਦਰ ਸਮਾ ਰਿਹਾ ਹੈ। ਚੇਤਨ ਕੇ ਅਵਲੰਬਤ ਹਵੈ। ਤੇ ਇਸ ਚੇਤਨ ਸਰੂਪ ਦੇ, ਨਿਰਗੁਣ ਸਰੂਪ ਦੇ ਅਵਲੰਬਤ ਆਸਰੇ ਹੋ ਕਰਕੇ ਨਰ ਨਾਰ ਬਿਰਾਜਤ ਜੰਗਮ ਜੋ। ਜਿੰਨੇ ਪੁਰਸ਼, ਇਸਤਰੀਆਂ, ਜੜ ਅਤੇ ਜੰਗਮ ਚੱਲਣ ਵਾਲੇ ਜਿੰਨੇ ਜੀਵ ਜੰਤੂ ਹਨ ਗੁਪਤ ਪ੍ਰਗਟ, ਸਭ ਉਸ ਚੇਤਨ ਬ੍ਰਹਮ ਦੇ ਆਸਰੇ ਹਨ। ਹੋਵਤ ਹੀ ਤਿਹ ਕੇ ਘਟ ਮੈਂ। ਹੁੰਦਿਆਂ ਹੋਇਆਂ ਉਸ ਚੇਤਨ ਬ੍ਰਹਮ ਦੇ ਘਟ ਹਿਰਦੇ ਵਿੱਚ ਨਰ ਜੀਵ ਦੁਖੀ ਭਵ ਮੈਂ ਸਭ ਕੋ। ਤੇ ਜਿਹੜੇ ਭਵ ਸੰਸਾਰ ਦੇ ਅੰਦਰ ਜਿਹੜੇ ਜੀਵ ਹਨ, ਮਨੁੱਖ ਹਨ, ਇਹ ਹਰ ਕੋਈ ਦੁਖੀ ਕਿਉਂ ਹੈ? ਫਿਰ ਕਵੀਰਾਜ ਕਹਿੰਦੇ ਐ, ਚੇਤਨ ਦਾ ਅੰਦਰ ਵਾਸ ਹੈ, ਪਰ ਫਿਰ ਵੀ ਸੰਸਾਰ ਦੇ ਅੰਦਰ ਜਿਹੜੇ ਜੀਵ ਹਨ, ਮਨੁੱਖ ਹਨ, ਉਹ ਜਿਹੜੇ ਦੁਖੀ ਫਿਰਦੇ ਹਨ। ਨਾਮ ਜਪੈ ਜਬ ਹੀ ਸੁਖ ਸਾਗਰ। ਜਦੋਂ ਸੁੱਖਾਂ ਦਾ ਸਾਗਰ ਵਾਹਿਗੁਰੂ ਨਾਮ ਜਿਸ ਵਕਤ ਕੋਈ ਵੀ ਪ੍ਰਾਣੀ, ਕੋਈ ਵੀ ਜੀਵ ਸੰਸਾਰ ਵਿੱਚ ਜਪਦਾ ਏ, ਚੇਤਨ ਚੀਤ ਉਦੋਤ ਸੋਹੂ। ਉਸੇ ਵੇਲੇ ਚੇਤਨ ਦਾ ਪ੍ਰਕਾਸ਼ ਜਿਹੜਾ ਨਾ ਚਿੱਤ ਦੇ ਅੰਦਰ ਅਦੋਤ ਪ੍ਰਗਟ ਹੋ ਜਾਂਦਾ ਹੈ। ਉਸੇ ਸਮੇਂ ਚੇਤਨ ਸਾਖਿਆਤ ਹੋ ਜਾਂਦਾ ਹੈ, ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਹੈ। ਜਿਸ ਚੇਤਨ ਬ੍ਰਹਮ ਦਾ ਅੰਦਰ
ਆਭਾਸ ਤਾਂ ਹੈ, ਪਰ ਉਹ ਨਾਮ ਦੇ ਅਧੀਨ ਹੈ। ਜਦੋਂ ਸੁੱਖਾਂ ਦਾ ਸਾਗਰ ਨਾਮ ਹਿਰਦੇ ਵਿੱਚ ਆ ਕਰਕੇ ਵਸਦਾ ਨਾ, ਪ੍ਰਾਣੀ ਜਦੋਂ ਨਾਮ ਜਪਦਾ ਹੈ, ਉਦੋਂ ਫਿਰ ਨਿਰਗੁਣ ਸਰੂਪ ਦਾ ਪ੍ਰਕਾਸ਼ ਜਿਹੜਾ ਨਾ ਚੇਤਨ ਬ੍ਰਹਮ ਦਾ, ਉਹ ਅੰਦਰ ਪ੍ਰਕਾਸ਼ ਆਉਂਦਾ ਹੈ, ਪ੍ਰਗਟ ਹੋ ਆਉਂਦਾ ਹੈ। ਸਵਈਆ ਸੰਗੁਣ ਤੇ ਵਦ ਜਾਣਤ ਹੈ ਇਵ। ਇਉਂ ਨਿਰਗੁਣ ਸਰੂਪ ਤੋਂ ਨਾਮ ਨੂੰ ਵੱਡਾ ਦੱਸਿਆ ਹੈ ਸਮਝਣਾ, ਕਿਉਂਕਿ ਕਵੀਰਾਜ ਜੀ ਨੇ ਇੱਥੇ ਤਾਤਪਰਜ ਰੱਖਦਿਆਂ ਹੋਇਆਂ ਕਿਹਾ ਕਿ ਨਿਰਗੁਣ ਸਰੂਪ ਜੋ ਸਭ ਦੇ ਅੰਦਰ ਬਿਰਾਜ ਰਿਹਾ, ਜਿਸ ਦੇ ਵਿੱਚ ਮਾਇਆ ਦੇ 3 ਗੁਣ ਨਹੀਂ ਹਨ, ਤੇ ਇਸ ਪ੍ਰਕਾਰ ਉਹ ਸਭ ਦੇ ਅੰਦਰ ਸਮਾਇਆ ਹੋਇਆ, ਆਪਣੀ ਚੇਤਨ ਸੱਤਾ ਕਰਕੇ ਹੀ ਸਭ ਦੇ ਅੰਦਰ ਵਸਿਆ ਹੋਇਆ। ਪਰ ਵੇਖੋ ਉਸ ਨਿਰਗੁਣ ਸਰੂਪ ਦੇ ਚੇਤਨ ਬ੍ਰਹਮ ਦੇ ਅੰਦਰ ਹੁੰਦਿਆਂ ਹੋਇਆਂ ਵੀ ਜੀਵ ਦੁਖੀ ਰਹਿੰਦੇ ਐ, ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੇ ਐ, ਚਿੰਤਾ ਤੁਰ ਰਹਿੰਦੇ ਐ। ਫਿਰ ਕਹਿੰਦੇ ਜਦੋਂ ਕੋਈ ਵੀ ਉਹਨਾਂ ਵਿੱਚੋਂ ਪ੍ਰਾਣੀ ਨਾਮ ਜਪਦਾ ਹੈ, ਭਜਨ ਕਰਦਾ ਹੈ, ਨਾਮ ਸੁੱਖਾਂ ਦਾ ਸਾਗਰ ਵੈ, ਨਾਮ ਦੇ ਜਪਦਿਆਂ ਹੀ ਚੇਤਨ ਹੈ ਤਾਂ ਅੰਦਰ ਹੀ, ਪਰ ਉਹਦਾ ਸਪਰਸ਼ ਨਹੀਂ ਮਿਲ ਰਿਹਾ। ਜਦੋਂ ਨਾਮ ਜਪੀਏ ਤੇ ਅੰਦਰ ਹੀ ਚੇਤਨ ਪ੍ਰਕਾਸ਼ ਆਉਂਦਾ ਹੈ, ਬਾਹਰੋਂ ਨਹੀਂ ਕਿਤੋਂ ਪਰਮੇਸ਼ਰ ਲੱਭਦਾ, ਅੰਦਰੋਂ ਹੀ ਲੱਭ ਪੈਂਦਾ ਹੈ। ਸੀਗਾ ਤਾਂ ਪਹਿਲਾਂ ਵੀ ਅੰਦਰ ਹੀ, ਪਰ ਭੋਗੀ ਹਿਰਦਾ ਉਦਾਸ, ਮਨ ਭੋਗਾਂ ਵਿੱਚ ਫਸਿਆ ਹੋਇਆ ਸੀ, ਇਸ ਕਰਕੇ ਦੁਖੀ ਹੋ ਰਿਹਾ ਸੀਗਾ ਤਾਂ ਬ੍ਰਹਮ ਅੰਦਰ ਹੀ, ਪਰ ਨਾਮ ਵੱਡਾ ਹੋਇਆ ਨਾ ਫਿਰ, ਕਿ ਨਾਮ ਦੇ ਜਪਣੇ ਕਰਕੇ ਉਹ ਨਿਰਗੁਣ ਸਰੂਪ ਅੰਦਰ ਸਾਖਿਆਤ ਹੋ ਗਿਆ, ਚੇਤਨ ਬ੍ਰਹਮ ਜਿਹੜਾ ਸੀ ਅੰਦਰ ਪ੍ਰਕਾਸ਼ ਆਇਆ। ਇਉਂ ਕਵੀਰਾਜ ਕਹਿੰਦੇ ਨੇ ਨਿਰਗੁਣ ਸਰੂਪ ਤੋਂ ਨਾਮ ਨੂੰ ਵੱਡਾ ਜਾਣਨਾ ਕਰੋ। ਸਵਈਆ ਸੰਗੁਣ ਤੇ ਵਦ ਜਾਣਤ ਹੈ ਇਵ। ਕਹਿੰਦੇ ਹੁਣ ਸਰਗੁਣ ਸਰੂਪ ਤੋਂ ਨਾਮ ਨੂੰ ਵੱਡਾ ਜਿਹੜਾ ਇਸ ਤਰ੍ਹਾਂ ਜਾਣਨਾ ਕਰੋ। ਜੇ ਰਸ ਜਾਪ ਮੈਂ ਲੀਨ ਵਿਸ਼ਾਲਾ। ਕਹਿੰਦੇ ਜਦੋਂ ਜਿਹੜਾ ਹੈ ਮਨ ਜਾਪ ਦੇ ਅੰਦਰ ਲੱਗ ਜਾਂਦਾ ਹੈ, ਵਾਹਿਗੁਰੂ ਮੰਤਰ ਦੇ ਅੰਦਰ ਮਨ ਜਿਹੜਾ ਜੁੜ ਜਾਂਦਾ ਹੈ, ਤੇ ਲਿਵ ਜਦੋਂ ਜੁੜ ਜਾਂਦੀ ਹੈ, ਫਿਰ ਉਸ ਰਸ ਨੂੰ ਲੈ ਕਰਕੇ ਜਗਿਆਸੂ ਜਿਹੜਾ ਨਿਹਾਲ ਹੁੰਦਾ ਹੈ। ਇਸ ਪ੍ਰਕਾਰ ਸਗੁਣ ਤੇ ਵਦ ਜਾਣਤ ਹੈ ਇਵ। ਸਰਗੁਣ ਤੋਂ ਨਾਮ ਨੂੰ ਇਸ ਤਰ੍ਹਾਂ ਵੱਡਾ ਜਾਣਨਾ ਕਰੋ। ਜੇ ਰਸ ਜਾਪ ਮੈਂ ਲੀਨ ਵਿਸ਼ਾਲਾ। ਜਿਹੜੇ ਜਪੀ ਲੋਕ, ਜਿਹੜਾ ਜਾਪਕ ਹੈ, ਉਹ ਇਸ ਪ੍ਰਕਾਰ ਰਸ ਦੇ ਅੰਦਰ ਜਦੋਂ ਲੀਨ ਹੋ ਜਾਂਦੇ ਹੈ, ਇੱਕ ਲਿਵ ਉਹਨਾਂ ਦੀ ਲੱਗ ਜਾਂਦੀ ਹੈ, ਰਸ ਵਿੱਚ ਹੀ ਜਿਹੜਾ ਹੈ ਉਹਨਾਂ ਦਾ ਮਨ ਜਿਹੜਾ ਇਸ ਤਰ੍ਹਾਂ ਜਿਹੜਾ ਇੱਕ ਮਿਕ ਹੋ ਜਾਂਦਾ ਹੈ, ਵਾਹਿਗੁਰੂ ਨਾਮ ਦਾ ਰਸ ਲੈਂਦਿਆਂ ਹੋਇਆਂ। ਪ੍ਰੇਮ ਸੋ ਨਾਮ ਵਸਿਓ ਜਬ ਹੀ। ਜਦੋਂ ਪ੍ਰੇਮ ਦੇ ਨਾਲ ਨਾਮ ਹਿਰਦੇ ਵਿੱਚ ਵਸ ਜਾਂਦਾ ਏ, ਤਬ ਗੋਚਰ ਹੋਤ ਸਰੂਪ ਕਿਰਪਾਲਾ। ਕਿਰਪਾਲੂ ਵਾਹਿਗੁਰੂ ਦਾ ਜਿਹੜਾ ਸਰਗੁਣ ਸਰੂਪ ਹੈ, ਉਦੋਂ ਨੇਤਰਾਂ ਦੇ ਗੋਚਰੇ ਹੋ ਜਾਂਦਾ, ਭਾਵ ਫਿਰ ਅੱਖਾਂ ਦੇ ਸਾਹਮਣੇ ਆ ਜਾਂਦਾ ਹੈ। ਇਸ ਕਰਕੇ ਸਰਗੁਣ ਸਰੂਪ ਤੋਂ ਵੀ ਨਾਮ ਵੱਡਾ ਹੋਇਆ ਨਾ, ਕਿਉਂਕਿ ਨਾਮ ਨਾਲ ਜਦੋਂ ਪ੍ਰੀਤ ਲੱਗਦੀ ਹੈ, ਨਾਮ ਦੇ ਰਸ ਵਿੱਚ ਜਦੋਂ ਮਨ ਨਿਮਗਨ ਹੋ ਜਾਂਦਾ ਹੈ, ਤੇ ਉਦੋਂ ਉਸ ਰਸ ਦੇ ਅੰਦਰ ਜਦੋਂ ਦਰਸ਼ਨ ਦੇਖਣ ਨੂੰ ਜੀ ਕਰਦਾ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਦਾ ਦਰਸ਼ਨ ਕਿਹੋ ਜਿਹਾ ਹੋਵੇਗਾ। ਨਾਮ ਦੀ ਪ੍ਰੀਤ ਵੇਖ ਕਰਕੇ ਫਿਰ ਸਰਗੁਣ ਸਰੂਪ ਵੀ ਮਹਾਰਾਜ ਆਪਣਾ ਪ੍ਰਗਟ ਕਰ ਦਿੰਦੇ ਆ। ਇਉਂ ਕਵੀਰਾਜ ਕਹਿੰਦੇ ਨੇ, ਨਾਮ ਦੇ ਵਿੱਚ ਜਦੋਂ ਹਿਰਦਾ ਭਿੱਜ ਜਾਂਦਾ ਹੈ ਨਾ, ਫਿਰ ਉਦੋਂ ਸਰਗੁਣ ਸਰੂਪ ਵੀ ਅੱਖਾਂ ਦੇ ਭਗਤਾਂ ਦੇ ਗੋਚਰੇ ਆ ਜਾਂਦਾ ਹੈ, ਅੱਖਾਂ ਨਾਲ ਵੇਖ ਲੈਂਦੇ ਐ। ਜਿਸ ਸਰੂਪ ਦੇ ਅੰਦਰ ਮਾਇਆ ਦੇ 3 ਗੁਣ ਵੀ ਹੋਣ, ਤੇ ਮਾਇਆ ਦੇ 3 ਗੁਣਾਂ ਤੋਂ ਵੀ ਨਿਰਲੇਪ ਹੋਵੇ, ਉਸ ਨੂੰ ਸਰਗੁਣ ਸਰੂਪ ਕਹਿੰਦੇ ਐ। ਜਿਵੇਂ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਆਪਣਾ ਜਿਹੜਾ ਹੈ ਉਹ ਸਰਗੁਣ ਸਰੂਪ ਧਾਰਨ ਕੀਤਾ ਹੈ। ਇਸ ਪ੍ਰਕਾਰ ਫਿਰ ਵੀ ਮਹਾਰਾਜ ਨੇ ਨਾਮ ਨੂੰ ਵੱਡਾ ਦੱਸਿਆ ਹੈ। ਕਵੀਰਾਜ ਗੁਰੂ ਮਹਾਰਾਜ ਦੇ ਘਰ ਦੇ ਸਿਧਾਂਤ ਦੇ ਮੁਤਾਬਕ ਕਥਨ ਕਰਦੇ ਐ। ਵੇਖੋ, ਨਾਮ ਕਹਿੰਦੇ ਸਰਗੁਣ ਸਰੂਪ ਤੋਂ ਵੀ ਵੱਡਾ ਹੈ। ਜਦੋਂ ਨਾਮ ਵਿੱਚ ਜਗਿਆਸੂ ਦਾ ਚਿੱਤ ਭਿੱਜ ਜਾਂਦਾ, ਜੁੜ ਜਾਂਦਾ ਹੈ, ਤੇ ਉਸ ਦੇ ਪ੍ਰੇਮ ਵਿੱਚ ਬੱਝੇ ਹੋਏ ਮਹਾਰਾਜ ਸਰਗੁਣ ਸਰੂਪ ਵੀ ਉਹਦੀਆਂ ਅੱਖਾਂ ਦੇ ਗੋਚਰੇ ਕਰ ਦਿੰਦੇ ਐ, ਪ੍ਰਤੱਖ ਸਾਹਮਣੇ ਆ ਜਾਂਦੇ ਹਨ। ਯਾਹੀ ਤੇ ਨਾਮ ਅਧੀਨ ਸਰੂਪ। ਇਸ ਕਰਕੇ ਜਿਹੜਾ ਸਰਗੁਣ ਸਰੂਪ ਹੈ ਉਹ ਨਾਮ ਦੇ ਅਧੀਨ ਹੈ, ਨਾਮ ਦੇ ਵਸੀਕਾਰ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਭਗਤਾਂ ਦੇ ਵਸੀਕਾਰ ਹੋ ਜਾਂਦੇ ਐ। ਹੁਣ ਜਿਸ ਸਰੂਪ ਨੂੰ
ਭਗਤ ਧੰਨਾ ਜੀ ਆਰਾਧਦੇ ਸੀਗੇ। ਪ੍ਰੇਮ ਦੇ ਵਸੀਕਾਰ ਹੋ ਕਰਕੇ ਹੀ ਸਰਗੁਣ ਸਰੂਪ ਵਿੱਚ ਦਰਸ਼ਨ ਦੇ ਦਿੱਤੇ ਨਾ। ਪ੍ਰੇਮ ਦੇ ਵਸੀਕਾਰ ਹੋ ਕਰਕੇ ਹੀ ਨਾਮਦੇਵ ਜੀ ਨੂੰ ਸਰਗੁਣ ਰੂਪ ਵਿੱਚ ਦਰਸ਼ਨ ਦਿੱਤੇ ਨਾ। ਪ੍ਰੇਮ ਦੇ ਵਸੀਕਾਰ ਹੋ ਕਰਕੇ ਭਗਤ ਪ੍ਰਹਲਾਦ ਜੀ ਨੂੰ ਸਰਗੁਣ ਸਰੂਪ ਵਿੱਚ ਆ ਕੇ ਦਰਸ਼ਨ ਦਿੱਤੇ ਨਾ। ਇਸ ਕਰਕੇ ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਇਹ ਨਾਮ ਦੀ ਵੱਡੀ ਵਡਿਆਈ ਹੈ। ਨਾਮ ਜਿਹੜਾ ਹੈ ਉਹ ਸਰਗੁਣ ਸਰੂਪ ਤੋਂ ਵੀ ਵੱਡਾ ਹੈ। ਇਸ ਪ੍ਰਕਾਰ ਯਾਹੀ ਤੇ ਨਾਮ ਅਧੀਨ ਸਰੂਪ। ਇਸ ਕਰਕੇ ਜਿਹੜਾ ਸਰਗੁਣ ਸਰੂਪ ਹੈ ਉਹ ਨਾਮ ਦੇ ਹੀ ਅਧੀਨ ਹੈ। ਲਖਿਓ ਭਗਤਨ ਭਲੀ ਮਤਸ਼ਾਲਾ। ਤੇ ਭਗਤਾਂ ਨੇ ਇਸ ਗੱਲ ਨੂੰ ਚੰਗੀ ਤਰ੍ਹਾਂ ਲਖ ਲਿਆ ਹੈ, ਜਾਣ ਲਿਆ ਹੈ। ਇਹ ਭਲੀ ਮਤ ਹੈ ਤੇ ਉਹ ਮਤ ਦੇ ਸ਼ਾਲਾ ਘਰ ਹੀ ਹਨ ਜਿਨ੍ਹਾਂ ਨੂੰ ਇਹ ਗੱਲ ਸਮਝ ਲੱਗ ਗਈ ਹੈ। ਜਿਨ੍ਹਾਂ ਨੂੰ ਇਹ ਤਾਤ ਪਰਜ ਪਤਾ ਲੱਗ ਗਿਆ ਨਾ, ਉਹ ਸ੍ਰੇਸ਼ਟ ਮਤ ਦਾ ਘਰ ਹੀ ਬਣ ਜਾਂਦੇ ਐ। ਜਿਨ੍ਹਾਂ ਨੂੰ ਇਸ ਗੱਲ ਦਾ ਬੋਧ ਆ ਜਾਂਦਾ ਹੈ ਕਿ ਨਾਮ ਸਭ ਤੋਂ ਵੱਡਾ ਹੈ। ਧਾਰ ਹਿਰਦੇ ਤਜਬੋ ਨਾ ਕਰੈ। ਉਹ ਧਾਰ ਲੈਂਦੇ ਆਪਣੇ ਹਿਰਦੇ ਵਿੱਚ, ਫਿਰ ਤਜਬੋ ਨਾ ਕਰੈ, ਛੱਡਣਾ ਨਹੀਂ ਕਰਦੇ ਕਦੇ ਵੀ ਨਾਮ ਨੂੰ। ਤਿਆਗਦੇ ਨਹੀਂ ਹਨ, ਛੱਡਦੇ ਨਹੀਂ ਹਨ। ਨਿਸ ਬਾਸੁਰ ਜੀਹ ਮੈਂ ਜਿਉ ਗਲ ਮਾਲਾ। ਰਾਤ ਦਿਨ ਹੀ ਜੀਭਾ ਦੇ ਉੱਤੇ ਨਾਮ ਜਿਹੜਾ ਹੈ ਉਹ ਵਸਾ ਲੈਂਦੇ ਐ। ਕਿਵੇਂ? ਜਿਵੇਂ ਕਹਿੰਦੇ ਗਲ 'ਚ ਮਾਲਾ ਪਈ ਹੁੰਦੀ ਹੈ। ਹਰ ਵੇਲੇ ਹੀ ਜਿਵੇਂ ਮਹਾਰਾਜ ਨੇ ਕਿਹਾ ਨਾ, ਪ੍ਰਭ ਜੀ ਬਸਹਿ ਸਾਧ ਕੀ ਰਸਨਾ। ਵਾਹਿਗੁਰੂ ਜੀ ਦਾ ਵਾਸ ਕਿੱਥੇ ਹੈ? ਹਜੂਰ ਕਹਿੰਦੇ ਸਾਧੂ ਦੀ ਰਸਨਾ ਤੇ ਮੇਰੇ ਵਾਹਿਗੁਰੂ ਦਾ ਵਾਸ ਹੈ। ਇਉਂ ਜਿਹੜੇ ਪਿਆਰ ਵਿੱਚ ਭਿੱਜ ਜਾਂਦੇ ਆ ਨਾ, ਉਹ ਫਿਰ ਕਦੇ ਵੀ ਤਜਦੇ ਨਹੀਂ, ਛੱਡਦੇ ਨਹੀਂ। ਵਾਹਿਗੁਰੂ ਨਾਮ ਨੂੰ ਆਪਣੀ ਜੀਭਾ ਤੇ ਹੀ ਵਸਾ ਲੈਂਦੇ ਐ। ਇਉਂ ਧਾਰਨ ਕਰ ਲੈਂਦੇ ਕੰਠ ਵਿੱਚ, ਜਿਵੇਂ ਮਾਲਾ ਧਾਰਨ ਕੀਤੀ ਹੁੰਦੀ ਹੈ। ਹਰ ਹਰ ਅੱਖਰ ਇਹ ਦੋਹੇ ਮਾਲਾ ਜਪਤ ਜਪਤ ਭਏ ਦੀਨ ਦਇਆਲਾ। ਵਾਹਿਗੁਰੂ ਵਾਹਿਗੁਰੂ ਨਾਮ ਜਿਹੜਾ ਹੈ ਨਾ, ਇਹ ਮਣਕੇ ਹੈ ਤੇ ਪ੍ਰੀਤ ਰੂਪੀ ਧਾਗੇ ਵਿੱਚ ਪਾ ਕੇ ਉਹਨਾਂ ਨੇ ਆਪਣੇ ਹਿਰਦੇ ਰੂਪੀ ਕੰਠ ਵਿੱਚ ਹੀ ਧਾਰਨ ਕਰ ਲਈ ਹੈ। ਇਸ ਤਰ੍ਹਾਂ ਦੀ ਮਾਲਾ ਜਿਹੜੀ ਹੈ ਪਹਿਰ ਲੈਂਦੇ ਆ ਪਿਆਰੇ, ਫਿਰ ਕਦੇ ਵੀ ਤਜਦੇ ਨਹੀਂ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਿਧਾਂਤ ਦੇ ਮੁਤਾਬਕ ਕਵੀਰਾਜ ਕਹਿੰਦੇ, ਨਾਮ ਨੂੰ ਸਭ ਤੋਂ ਉੱਤਮ ਜਾਣ ਕਰਕੇ ਜਿਹੜੇ ਭਗਤ ਹਨ ਉਹ ਆਪਣੇ ਹਿਰਦੇ ਰੂਪੀ ਕੰਠ ਵਿੱਚ ਧਾਰਨ ਕਰ ਲੈਂਦੇ ਆ। ਚੌਪਈ ਨਿਜ ਤੇ ਅਦਕ ਹੇਤ ਸ੍ਰੀ ਰਾਮੂ। ਆਪਣੇ ਤੋਂ ਅਦਕ ਨਾਮ ਨੂੰ ਜਨਾਉਣ ਵਾਸਤੇ ਜਿਹੜਾ ਦੁਆਪਰ ਯੁੱਗ ਦੇ ਅੰਦਰ ਜੋ ਸ਼੍ਰੀ ਰਾਮਚੰਦਰ ਜੀ ਹੋਏ ਹਨ, ਜਗਹਿ ਲਖਾਇਓ ਲਿਖ ਕਰ ਨਾਮੂ। ਲਿਖ ਕਰਕੇ ਨਾਮ ਜਿਹੜਾ ਸੀ ਨਾ, ਸਾਰੇ ਜਗਤ ਨੂੰ ਲਿਖਾਇਆ ਜਣਾਇਆ ਕਿ ਸਾਡੇ ਸਰੂਪ ਤੋਂ ਭਾਵੇਂ ਕਿ ਅਸੀਂ ਅਵਤਾਰ ਹਾਂ, ਪਰ ਨਾਮ ਜਿਹੜਾ ਹੈ ਉਹ ਸਭ ਤੋਂ ਵੱਡਾ ਹੈ। ਸਰਵਰ ਪਰ ਗਿਰਵਰ ਧਰ ਭਾਰੇ। ਜਿਹੜਾ ਸਰਵਰ ਸਰੋਵਰ ਭਾਵ ਕੀ ਸਮੁੰਦਰ, ਸਮੁੰਦਰ ਦੇ ਉੱਤੇ ਜਿਹੜੇ ਗਿਰਵਰ ਭਾਵ ਪਹਾੜ, ਵੱਡੇ ਵੱਡੇ ਪੱਥਰ ਜਿਹੜੇ ਚਟਾਨਾਂ ਸਨ, ਉਹ ਭਾਰੇ ਜਿਹੜੇ ਬਹੁਤ ਸਨ। ਕਿਉਂਕਿ ਪੱਥਰ ਜਿਹੜਾ ਉਹ ਤਾਂ ਪਾਣੀ ਵਿੱਚ ਡੁੱਬ ਜਾਂਦਾ ਹੈ ਨਾ, ਪਰ ਉਦੋਂ ਨਾਮ ਦੀ ਵਡਿਆਈ ਸ਼੍ਰੀ ਰਾਮਚੰਦਰ ਜੀ ਨੇ ਪ੍ਰਗਟ ਕਰਕੇ ਸੰਸਾਰ ਨੂੰ ਦਿਖਾਈ ਸੀ ਕਿ ਨਾਮ ਸਭ ਤੋਂ ਵੱਡਾ ਏ। ਤਰਵਰ ਕੇ ਪਾਤਨ ਸਮਤਾਰੇ। ਇਉਂ ਇਸ ਪ੍ਰਕਾਰ ਬ੍ਰਿਕਸ਼ਾਂ ਦੇ ਪੱਤਿਆਂ ਦੀ ਤਰ੍ਹਾਂ ਉਹ ਜਿਹੜੇ ਪਹਾੜ ਸੀ ਨਾ, ਤਾਰ ਦਿੱਤੇ, ਉਹਨਾਂ ਦੇ ਉੱਤੇ ਨਾਮ ਲਿਖ ਕਰਕੇ ਜਣਾਇਆ ਕਿ ਜੇ ਵੇਖੋ ਪੱਥਰ ਤਰ ਸਕਦੇ ਆ ਨਾ ਨਾਮ ਦੇ ਲਿਖਣੇ ਕਰਕੇ, ਤੇ ਫਿਰ ਜੀਵ ਵੀ ਸੰਸਾਰ ਤੋਂ ਤਰ ਸਕਦਾ ਜਿਹੜਾ ਆਪਣੇ ਹਿਰਦੇ ਰੂਪੀ ਪੱਥਰ ਦੇ ਉੱਤੇ। ਕਿਉਂਕਿ ਪੱਥਰ ਵਰਗਾ ਕਠੋਰ ਜੇ ਕੋਈ ਭਾਵ ਹੀ ਨਹੀਂ ਸਮਝ ਪੈਂਦਾ, ਦਇਆ ਨਹੀਂ ਆਉਂਦੀ, ਬਰਾਗ ਨਹੀਂ ਆਉਂਦਾ, ਤੇ ਇਸ ਪ੍ਰਕਾਰ ਪੱਥਰ ਵਰਗੇ ਹੀ ਦਿਲ ਹੁੰਦੇ ਆ ਨਾ। ਤੇ ਜੇ ਕਹਿੰਦੇ ਐਸੇ ਕਠੋਰ ਚਿੱਤ ਦੇ ਉੱਤੇ ਵੀ ਨਾਮ ਲਿਖੇ ਨਾ, ਤੇ ਉਹ ਵੀ ਭਵਜਲ ਸੰਸਾਰ ਸਮੁੰਦਰ ਤੋਂ ਤਰ ਸਕਦਾ ਹੈ। ਇਹ ਸ਼੍ਰੀ ਰਾਮਚੰਦਰ ਜੀ ਨੇ ਦੁਆਪਰ ਯੁੱਗ ਦੇ ਵਿੱਚ ਵੀ, ਕਿਉਂਕਿ ਚਾਹਾਂ ਯੁੱਗਾਂ 'ਚ ਹੀ ਨਾਮ ਦੀ ਵਡਿਆਈ ਹੈ। ਜਿੰਨੇ ਕਿਸੇ ਨੇ ਵੀ ਮੁਕਤੀ ਪਾਈ ਹੈ ਨਾ, ਚਾਹਾਂ ਯੁੱਗਾਂ 'ਚ ਨਾਮ ਤੋਂ ਹੀ ਪਾਈ ਹੈ। ਭਾਵੇਂ ਉਹ ਪਹਿਲਿਆਂ ਯੁੱਗਾਂ ਵਿੱਚ ਹੋਰ ਵੀ ਸਾਧਨ ਸੀਗੇ, ਸਤ ਪ੍ਰਤੱਗੀ ਸਨ, ਪੂਜਾ ਕਰਦੇ ਸੀ, ਜਗ ਕਰਦੇ ਸੀਗੇ, ਤੇ ਕਲ ਕੇਵਲ ਨਾਮ ਆਧਾਰ। ਕਲਯੁਗ ਦੇ ਵਿੱਚ ਤਾਂ ਕੇਵਲ ਹੈ ਹੀ ਨਾਮ ਦਾ ਆਸਰਾ, ਪਰ ਪਹਿਲਿਆਂ ਯੁੱਗਾਂ 'ਚ ਵੀ ਜੇ ਕਿਸੇ ਮੁਕਤੀ ਪਾਈ ਸੀ ਤੇ ਨਾਮ ਤੋਂ ਹੀ ਪਾਈ ਸੀਗੀ। ਇਉਂ ਕਵੀਰਾਜ ਫਰਮਾਉਂਦੇ ਹਨ। ਪਿਛਲੀ ਪੰਕਤੀ ਪੜ੍ਹੋ ਫਿਰ।
ਸਰਵਰ ਪਰ ਗਿਰਵਰ ਧਰ ਭਾਰੇ ਇਉਂ ਜਿਹੜੇ ਸਮੁੰਦਰ ਦੇ ਉੱਤੇ ਭਾਰੇ ਭਾਰੇ ਜਿਹੜੇ ਪੱਥਰ ਸਨ, ਵੱਡੀਆਂ ਚਟਾਨਾਂ ਪਹਾੜ ਵਰਗੇ, ਤਰਵਰ ਕੇ ਪਾਤਨ ਸਮਤਾਰੇ ਰੁੱਖਾਂ ਦੇ ਪੱਤਿਆਂ ਦੇ ਵਾਂਗ ਧਾਰ ਦਿੱਤੇ। ਨਾਮ ਦੀ ਮਹਿਮਾ ਜਣਾ ਦਿੱਤੀ ਕਿ ਨਾਮ ਤਾਂ ਸਭ ਤੋਂ ਵੱਡਾ ਹੈ। ਪੁਨ ਸ੍ਰੀ ਗੁਰ ਅਰਜਨ ਗਤ ਦਾਈ ਫਿਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਮੁਕਤੀ ਦਾਤਾ ਸਤਿਗੁਰੂ ਜੀ, ਨਿਜ ਤੇ ਮਹਿਮਾ ਅਦਕ ਲਖਾਈ ਆਪਣੇ ਆਪ ਤੋਂ ਸੱਚੇ ਪਾਤਸ਼ਾਹ ਜੀ ਨੇ ਨਾਮ ਦੀ ਮਹਿਮਾ ਅਦਕ ਵੱਡੀ ਲਿਖਾਉਣਾ ਕੀਤੀ, ਜਨਾਉਣਾ ਕੀਤੀ। ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਤੋਂ ਵੱਡਾ ਨਾਮ ਜਿਹੜਾ ਸੀ ਸਤਿਗੁਰਾਂ ਜੀ ਨੇ ਦੱਸਣਾ ਕੀਤਾ ਆਪਣੇ ਉਪਦੇਸ਼ ਵਿੱਚ। ਸ੍ਰੀ ਸੋ ਗ੍ਰੰਥ ਮਹਿ ਲਿਖ ਜਸ ਨਾਮੂ ਤੇ ਸ੍ਰੀ ਸ਼੍ਰੋਮਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਵਿੱਤਰ ਸਰੂਪ ਦੇ ਅੰਦਰ ਨਾਮ ਦੀ ਵਡਿਆਈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਲਿਖਣਾ ਕੀਤੀ ਹੈ। ਕਿਹਾ ਕਿ ਨਾਮ ਦੇ ਬਰਾਬਰ ਕੁਝ ਹੋਰ ਨਹੀਂ, ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਸੱਚੇ ਪਾਤਸ਼ਾਹ ਜੀ ਨੇ ਕਿਹਾ ਸਭ ਤੋਂ ਉੱਚਾ ਭਾਈ ਵਾਹਿਗੁਰੂ ਦਾ ਨਾਮ ਹੈ। ਇਹ ਗੁਰੂ ਘਰ ਦਾ ਸਿਧਾਂਤ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਕਿ ਉੱਚੇ ਉੱਪਰ ਉੱਚਾ ਨਾਉ। ਉੱਚਿਆਂ ਤੋਂ ਉੱਚਾ ਕੀ ਹੈ? ਵਾਹਿਗੁਰੂ ਦਾ ਨਾਮ ਹੀ ਹੈ, ਹੋਰ ਕੋਈ ਨਾਮ ਤੋਂ ਉੱਚਾ ਨਹੀਂ। ਇਹ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਵੀ, ਜੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਕਿਹਾ, ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਘਰ ਦਾ ਸਿਧਾਂਤ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸ਼ਬਦ ਨੂੰ ਵਡਿਆਈ ਦਿੱਤੀ, ਸ਼ਬਦ ਨੂੰ ਮਹਾਨ ਕਿਹਾ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਆਪਣੇ ਸਰੀਰ ਹੁੰਦਿਆਂ ਵੀ ਕਿਹਾ ਸੀ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਗਿਆ ਕੀਤੀ ਹੈ। ਇਉਂ ਕਵੀਰਾਜ ਫਰਮਾਉਂਦੇ ਹਨ, ਸ੍ਰੀ ਸੋ ਗ੍ਰੰਥ ਮਹਿ ਲਿਖ ਜਸ ਨਾਮੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪ ਦੇ ਅੰਦਰ ਨਾਮ ਦਾ ਜਸ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਲਿਖਿਆ। ਤੇ ਲਿਖਦਿਆਂ ਹੋਇਆਂ ਮਹਾਰਾਜ ਜੀ ਨੇ ਕਿਹਾ ਹੈ, ਬਹੁਤ ਉਪਮਾ ਥੋਰ ਕਹੀ। ਬਹੁਤ ਵੱਡੀ ਹੈ ਗੁਰਸਿੱਖੋ ਨਾਮ ਦੀ ਉਪਮਾ, ਅਸੀਂ ਤਾਂ ਕੇਵਲ ਥੋੜੀ ਕਹੀ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਐਡੀ ਵੱਡੀ ਵਡਿਆਈ ਨਾਮ ਦੀ ਲਿਖਦਿਆਂ ਹੋਇਆਂ ਸੱਚੇ ਪਾਤਸ਼ਾਹ ਜੀ ਮਹਾਰਾਜ ਮਹਿਮਾ ਕੀਤੀ ਹੈ। ਫਿਰ ਵੀ ਇਹ ਸ਼ਬਦ ਕਹੇ ਆ, ਬਹੁਤ ਉਪਮਾ, ਬੜੀ ਵੱਡੀ ਆ ਉਪਮਾ ਨਾਮ ਦੀ, ਥੋਰ ਕਹੀ, ਅਸੀਂ ਤਾਂ ਥੋੜੀ ਕਹੀ ਹੈ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਨਾਮ ਨੂੰ ਸਭ ਤੋਂ ਵੱਡਾ ਹਜੂਰ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਦੇਹ ਤੇ ਅਦੋ ਭਏ ਸੁਖ ਧਾਮੂ ਸੁੱਖਾਂ ਦੇ ਘਰ ਆਪ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਨੀਵੇਂ ਥਾਂ ਤੇ ਬੈਠੇ। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਪ੍ਰਕਾਸ਼ ਕਰਨਾ ਸੀਗਾ, ਬੀੜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕੀਤਾ। ਉਸ ਸਮੇਂ ਵੀ ਵੱਡਾ ਮਾਣ ਦਿੱਤਾ। ਗਰੀਬ ਨਵਾਜ ਨੇ ਆਖਿਆ ਸੀਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਉਹ ਸਿੱਖ ਲਵੇ ਜਿਹਦਾ ਸੀਸ ਸਭ ਤੋਂ ਵੱਧ ਪਵਿੱਤਰ ਹੈ। ਤੇ ਫਿਰ ਬਾਬਾ ਬੁੱਢਾ ਸਾਹਿਬ ਨੇ ਬੇਨਤੀ ਕੀਤੀ, ਹਜੂਰ ਆਪ ਜੀ ਦੇ ਸੀਸ ਤੋਂ ਵੱਧ ਕੇ ਹੋਰ ਕਿਹਦਾ ਸੀਸ ਪਵਿੱਤਰ ਹੋ ਸਕਦਾ ਹੈ। ਉਦੋਂ ਵੀ ਫਿਰ ਮਹਾਰਾਜ ਜੀ ਨੇ ਵਡਿਆਈ ਜਣਾਈ। ਹਜੂਰ ਕਹਿੰਦੇ, ਬਾਬਾ ਬੁੱਢਾ ਸਾਹਿਬ ਜੀ, ਸਾਡੇ ਸੀਸ ਨਾਲੋਂ ਵੀ ਤੁਹਾਡਾ ਸੀਸ ਪਵਿੱਤਰ ਹੈ। ਮਹਾਰਾਜ ਉਹ ਕਿਵੇਂ? ਸਤਿਗੁਰੂ ਜੀ ਨੇ ਕਿਹਾ, ਬਾਬਾ ਬੁੱਢਾ ਸਾਹਿਬ ਜੀ, ਸਾਡੇ ਇਸ ਸੀਸ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਨਹੀਂ ਪਰਸਿਆ ਹੈ, ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਨੂੰ ਨਹੀਂ ਪਰਸਿਆ ਹੈ। ਇਸ ਕਰਕੇ ਇੱਕੋ ਇੱਕ ਤੁਹਾਡਾ ਸੀਸ ਹੈ ਜਿਸ ਸੀਸ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਪਰਸਿਆ, ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਨੂੰ ਪਰਸਿਆ। ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਸਵਾਰੀ ਤੁਸੀਂ ਲਵੋ। ਇਹ ਮਾਣ ਬਾਬਾ ਬੁੱਢਾ ਸਾਹਿਬ ਜੀ ਨੂੰ ਹਜੂਰ ਨੇ ਬਖਸ਼ਿਸ਼ ਕੀਤਾ। ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਆਪ ਨਹੀਂ ਮਹਾਰਾਜ ਜੀ ਬੈਠੇ, ਕਿਉਂਕਿ ਕੋਈ ਸਿੱਖ ਭਾਵਨਾ ਕਰਕੇ ਹਜੂਰ ਨੇ ਵਿਚਾਰਿਆ ਸਾਨੂੰ ਮੱਥਾ ਟੇਕੇਗਾ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਨਾਮ ਦੀ ਵੱਡੀ ਵਡਿਆਈ ਦਿਖਾਉਣ ਲਈ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਤਾਬਿਆ ਬਿਠਾਇਆ। ਤੇ ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਤੋਂ ਆਗਿਆ ਮੰਗੀ। ਬਾਬਾ ਬੁੱਢਾ ਸਾਹਿਬ ਨੇ, ਮਹਾਰਾਜ ਜੀ ਕੀ ਹੁਕਮ ਹੈ? ਹਜੂਰ ਨੇ ਕਿਹਾ ਸੀ, ਬਾਬਾ ਬੁੱਢਾ ਖੋਲੋ ਗ੍ਰੰਥ, ਲਿਹੋ ਆਵਾਜ਼, ਸੁਣੈ ਸਭ ਪੰਥ, ਲੈ ਆਵਾਜ਼ ਬੁੱਢਾ ਤਾ ਬੋਲਾ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਆਗਿਆ ਹੋਈ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਫਿਰ ਇਲਾਹੀ ਮੁਖ ਵਾਕ ਜਿਹੜਾ ਸੀ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਲਿਆ ਤੇ ਅਦਬ ਸਹਿਤ ਗ੍ਰੰਥ ਤਬ ਖੋਲਾ, ਲੈ ਆਵਾਜ਼ ਬੁੱਢਾ ਤਾ ਬੋਲਾ। ਬਹੁਤ ਅਦਬ ਸਤਿਕਾਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਮੰਜੀ ਸਾਹਿਬ ਦੇ ਉੱਪਰ ਮਹਾਰਾਜ ਜੀ ਨੇ ਕਰਵਾਇਆ।
ਹਜੂਰ ਆਪ ਉੱਥੇ ਬੈਠੇ ਜਿੱਥੇ ਸੰਗਤਾਂ ਬੈਠਦੀਆਂ ਹਨ। ਫਿਰ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਥਾਵੇਂ ਕੋਠਾ ਸਾਹਿਬ ਹੈ, ਜਿਹਨੂੰ ਕੋਠੜੀ ਸਾਹਿਬ ਵੀ ਗੁਰਸਿੱਖ ਪਿਆਰ ਨਾਲ ਕਹਿੰਦੇ ਸੀ ਪੁਰਾਤਨ, ਇਉਂ ਇੱਥੇ ਸੱਚੇ ਪਾਤਸ਼ਾਹ ਆਰਾਮ ਕਰਿਆ ਕਰਦੇ। ਫਿਰ ਬਾਬਾ ਬੁੱਢਾ ਸਾਹਿਬ ਨੇ ਪੁੱਛਿਆ, ਮਹਾਰਾਜ ਜੀ, ਗੁਰੂ ਮਹਾਰਾਜ ਜੀ ਆਪ ਦੱਸੋ, ਆਗਿਆ ਕਰੋ, ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਨ ਕਿੱਥੇ ਕਰਨਾ ਹੈ? ਸੁਖਾਸਨ ਕਰਨ ਦੀ ਵਿਧੀ ਵੀ ਸਾਰੀ ਸਤਿਗੁਰਾਂ ਜੀ ਨੇ ਆਪ ਦੱਸੀ। ਫਿਰ ਆਖਿਆ ਕੋਠਾ ਸਾਹਿਬ ਦੇ ਅੰਦਰ ਸੁੰਦਰ ਚੰਦਨ ਦਾ ਪਲੰਘਾ ਸਾਹਿਬ ਸਜਾਇਆ ਜਾਵੇ। ਸਾਰੀ ਤਿਆਰੀ ਕਰਵਾ ਕੇ ਹਜੂਰ ਨੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਨ ਕਰਵਾਇਆ। ਤੇ ਬਾਬਾ ਬੁੱਢਾ ਸਾਹਿਬ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਆਪ ਕਿੱਥੇ ਬਰਾਜੋਗੇ? ਸਤਿਗੁਰਾਂ ਜੀ ਨੇ ਕਿਹਾ, ਇਸੇ ਹੀ ਪਲੰਘੇ ਦੇ ਥੱਲੇ ਇੱਕ ਚਾਦਰ ਵਿਛਾ ਦਿਓ, ਅਸੀਂ ਇਸ ਪਲੰਘੇ ਦੇ ਥੱਲੇ ਬਰਾਜਾਂਗੇ। ਆਪ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਰੱਥ ਸਤਿਗੁਰੂ ਸੁੱਖਾਂ ਦੇ ਘਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਗੁਰਿਆਈ ਦੇ ਮਾਲਕ ਹੁੰਦਿਆਂ ਹੋਇਆਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਆਪ ਤੋਂ ਵੱਡਾ ਦੱਸਿਆ। ਸਿੱਖਾਂ ਨੇ ਵੀ ਪੁੱਛਿਆ ਸੀ, ਮਹਾਰਾਜ ਆਪ ਵੱਡੇ ਹੋ ਜਾਂ ਗੁਰੂ ਗ੍ਰੰਥ ਸਾਹਿਬ ਜੀ ਵੱਡੇ ਹਨ? ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ, ਮਮ ਸਰੂਪ ਤੇ ਹੈ ਇਹ ਦੀਰਘ ਸਾਹਿਬ ਜਾਨ ਅਦਾਇਬ ਕੀਜੈ। ਇਹ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਹੀ ਇਹ ਕਵਿਰਾਜ ਜੀ ਦੇ ਉਚਾਰਨ ਕੀਤੇ ਹੋਏ ਬਚਨ ਨੇ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਕਿਹਾ ਸੀ ਕਿ ਸਾਡੇ ਸਰੂਪ ਤੋਂ ਵੱਡੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਮਾਲਕ ਜਾਣ ਕਰਕੇ ਸਦਾ ਅਦਬ ਕਰਨਾ, ਸਤਿਕਾਰ ਕਰਨਾ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਸੀ, ਸਿੱਖੋ ਸਾਡਾ ਤਾਂ ਤੁਸੀਂ ਇੱਕ ਥਾਂ ਤੇ ਦਰਸ਼ਨ ਕਰ ਸਕਦੇ ਹੋ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਬਹੁਤ ਥਾਵਾਂ ਤੇ ਤੁਸੀਂ ਦਰਸ਼ਨ ਕਰ ਸਕਦੇ ਹੋ। ਇਸ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਵੀ ਕਿਹਾ ਕਿ ਗ੍ਰੰਥ ਹਿਰਦਾ ਗੁਰ ਕੋ ਤੁਮ ਜਾਨੋ। ਇਹ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ, ਸਾਡਾ ਹਿਰਦਾ ਹੈ ਗੁਰਸਿੱਖੋ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸੁੱਖਾਂ ਦੇ ਘਰ ਗੁਰੂ ਅਰਜਨ ਸਾਹਿਬ ਨੇ ਆਪਣੇ ਆਪ ਤੋਂ, ਆਪਣੇ ਸਰੂਪ ਤੋਂ ਵੱਡਾ ਨਾਮ ਨੂੰ ਦੱਸਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੱਡੀ ਵਡਿਆਈ ਆਪ ਨੇ ਕਥਨ ਕੀਤੀ। ਆਪ ਮਹਾਰਾਜ ਸੱਚੇ ਪਾਤਸ਼ਾਹ ਸੰਗਤਾਂ ਵਿੱਚ ਨੀਵੇਂ ਥਾਂ ਤੇ ਬੈਠੇ, ਉੱਚੇ ਥਾਂ ਤੇ ਤਖਤ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ। ਤਿਹ ਤੇ ਅਦੋ ਭਏ ਸੁਖ ਧਾਮੂ। ਸੁੱਖਾਂ ਦੇ ਘਰ ਸਤਿਗੁਰੂ ਜੀ, ਤਿਹ ਤੋਂ ਭਾਵ ਨਾਮ ਤੋਂ, ਅਦੋ ਨੀਵੇਂ, ਆਪ ਸੁੱਖਾਂ ਦੇ ਘਰ ਸਤਿਗੁਰੂ ਜੀ ਹੋਏ, ਨੀਵੇਂ ਬੈਠੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ। ਦੋਹਰਾ ਆਪ ਅਛਤ ਸਮਰੱਥ ਪ੍ਰਭ। ਆਪ ਅਛਤ ਹੁੰਦਿਆਂ ਹੋਇਆਂ ਸਮਰੱਥ ਪ੍ਰਭੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਦਈ ਵਡਾਈ ਨਾਮ। ਦਿੱਤੀ ਵਡਿਆਈ ਨਾਮ ਨੂੰ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ। ਆਪ ਸਮਰੱਥ ਸਤਿਗੁਰਾਂ ਜੀ ਨੇ ਆਪਣੇ ਹੁੰਦਿਆਂ ਨਾਮ ਦੀ ਏਡੀ ਵਡਿਆਈ ਪ੍ਰਗਟ ਕੀਤੀ। ਤੇ ਇਹ ਇਸ਼ਾਰਾ ਕਵਿਰਾਜ ਜੀ ਜੋ ਹੈ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ, ਜੋ ਨੰਦੇੜ ਦੇ ਅੰਦਰ ਸਤਿਗੁਰਾਂ ਜੀ ਨੇ ਜੋ ਸਤਿਗੁਰਾਂ ਕ੍ਰਿਸ਼ਮਾ ਕੀਤਾ, ਬਖਸ਼ਿਸ਼ ਕੀਤੀ, ਉਹਦੇ ਵੱਲ ਇਸ਼ਾਰਾ ਕਰਦੇ ਆ। ਇਸੇ ਪ੍ਰਕਾਰ ਹੀ ਆਪ ਅਛਤ ਸਮਰੱਥ ਪ੍ਰਭ। ਆਪ ਹੁੰਦਿਆਂ ਅਛਤ, ਆਪ ਹੁੰਦਿਆਂ ਹੋਇਆਂ ਸਮਰੱਥ ਪ੍ਰਭੂ ਸਰੂਪ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਦਈ ਵਡਾਈ ਨਾਮ। ਦਿੱਤੀ ਵਡਿਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਗਰੀਬ ਨਵਾਜ ਜੀ ਜੋਤੀ ਜੋਤ ਸਮਾਉਣ ਲੱਗੇ, ਤਿਆਰਾ ਕਰ ਲਿਆ, ਕਮਰ ਕੱਸਾ ਕਰ ਲਿਆ, ਫਿਰ ਖਾਲਸੇ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਗਰੀਬ ਨਵਾਜ, ਇਹ ਤਾਂ ਆਪਦੇ ਘਰ ਦੀ ਰੀਤ ਤੁਰੀ ਆਈ ਹੈ, ਸੱਚੇ ਪਾਤਸ਼ਾਹ ਜੀ ਸਾਨੂੰ ਅੱਗੇ ਕਿਹਦੇ ਲੜ ਲਾ ਚੱਲੇ ਹੋ? ਹਜੂਰ ਨੇ ਫਿਰ ਆਗਿਆ ਕੀਤੀ ਕਿ ਖਾਲਸਾ ਜੀ ਇਹ ਵੀ ਰਸਮ ਆਪਾਂ ਨਿਭਾ ਦੇਵਾਂਗੇ। ਫਿਰ ਮਹਾਰਾਜ ਜੀ ਨੇ ਸਾਰੀ ਤਿਆਰੀ ਕਰਵਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ। ਆਪ ਆਪਣੇ ਹੁੰਦਿਆਂ ਸਮਰੱਥ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 5 ਪਰਿਕਰਮਾ ਮਹਾਰਾਜ ਜੀ ਨੇ ਕੀਤੀਆਂ ਅਤੇ ਸੱਚੇ ਪਾਤਸ਼ਾਹ ਨੇ ਆਪਣੇ ਗਾਤਰੇ ਦੀ ਸ੍ਰੀ ਸਾਹਿਬ ਕੱਢ ਕੇ ਅੱਗੇ ਭੇਟ ਕਰਕੇ 5 ਪੈਸੇ ਨਾਰੀਅਲ ਭੇਟ ਕਰਕੇ ਮਹਾਰਾਜ ਜੀ ਨੇ ਮੱਥਾ ਟੇਕਿਆ। ਜਦੋਂ ਗੁਰਿਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ, ਉਸ ਸਮੇਂ 5 ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਮਹਾਰਾਜ ਜੀ ਨੇ ਖੜੇ ਕੀਤੇ। ਆਪ ਆਪਣੇ ਹੁੰਦਿਆਂ ਪ੍ਰਤੱਖ ਸਤਿਗੁਰਾਂ ਜੀ ਨੇ ਸਾਰਿਆਂ ਦੇ ਵੇਖਦਿਆਂ ਹੋਇਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਦਾ ਤਖਤ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਅਤੇ ਫਿਰ ਇਹ ਬਚਨ ਕਹੇ ਕਿ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੇਹ।
ਇਹ ਆਗਿਆ ਕੀਤੀ ਜੋ ਮੁਝ ਬਚਨ ਸੁਨਨ ਕੇ ਚਾਏ, ਸੁਨੋ ਗ੍ਰੰਥ ਹਿਤ ਚਿਤ ਲਾਏ, ਮੇਰੋ ਰੂਪ ਗ੍ਰੰਥ ਜੀ ਜਾਨ, ਇਸ ਮੈਂ ਭੇਦ ਨਾ ਰੰਚਕ ਮਾਨ। ਆਪਣੇ ਹੁੰਦਿਆਂ ਹੋਇਆਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਨਾਮ ਨੂੰ ਵਡਿਆਈ ਦਿੱਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਪਣੀ ਗੁਰਿਆਈ ਜਿਹੜੀ ਤਖਤ ਸੀ, ਗੁਰਿਆਈ ਤਖਤ, ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਸੌਂਪਣਾ ਕੀਤਾ। ਸਾਰੇ ਖਾਲਸੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ। ਅਪਰ ਤਰਕ ਕੋ ਕਰ ਸਕੇ। ਹੁਣ ਕਵੀ ਰਾਜ ਕਹਿੰਦੇ ਹੋਰ ਕੋਈ ਕੌਣ ਹੈ ਜਿਹੜਾ ਇਸ ਗੱਲ ਦੇ ਉੱਤੇ ਤਰਕ ਕਰ ਸਕੇ ਕਿ ਨਹੀਂ ਨਾਮ ਵੱਡਾ ਨਹੀਂ ਹੈ। ਸਭ ਮਾਨੇ ਹੈ ਗੁਣ ਧਾਮ। ਸਾਰੇ ਜਿੰਨੇ ਜਿਹੜੇ ਹਨ ਨਾ ਗੁਣੀ ਗਿਆਨੀ ਜਿਹੜੇ ਗੁਣਵਾਨ ਹਨ ਉਹ ਸਾਰੇ ਮੰਨਦੇ ਆ ਇਸ ਗੱਲ ਨੂੰ ਕਿ ਗੁਣਾਂ ਦਾ ਘਰ ਹੈ ਵਾਹਿਗੁਰੂ ਦਾ ਨਾਮ। ਸਭ ਗੁਣ ਵਾਹਿਗੁਰੂ ਨਾਮ ਵਿੱਚ ਹੀ ਵਸਦੇ ਹਨ। ਦੋਹਰਾ ਨਿਰਗੁਣ ਸਰਗੁਣ ਨਾਮ ਜੋ। ਹੁਣ ਅੱਗੇ ਇਸ ਪ੍ਰਕਾਰ ਵਾਹਿਗੁਰੂ ਨਾਮ ਦੀ ਵਿਸ਼ੇਸ਼ਤਾ ਹੀ ਕਵੀ ਰਾਜ ਜੀ ਦੱਸਣ ਲੱਗੇ ਹੈ। ਤੋ ਸਮਾਂ ਹੋ ਚੁੱਕਾ ਹੈ। ਵਾਹਿਗੁਰੂ ਨਾਮ ਵਿਸ਼ੇਸ਼ ਕਿਉਂ ਹੈ ਸਭ ਨਾਮਾਂ ਤੋਂ? ਜਿਹੜੇ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵੀ ਪਰਮੇਸ਼ਰ ਦੇ ਅਨੰਤ ਨਾਮ ਆਉਂਦੇ ਆ ਤੇ ਉਹਨਾਂ ਨਾਮਾਂ ਨੂੰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਕੀਤਾ ਹੈ। ਗੁਰ ਮੰਤਰ ਆਪਣੇ ਸਿੱਖਾਂ ਨੂੰ ਵਾਹਿਗੁਰੂ ਮੰਤਰ ਦਿੱਤਾ ਹੈ। ਵਾਹਿਗੁਰੂ ਮੰਤਰ ਦੀ ਸਭ ਨਾਮਾਂ ਵਿੱਚੋਂ ਵਿਸ਼ੇਸ਼ਤਾ ਹੀ ਕਿਉਂ ਹੈ? ਇਹ ਕਵੀ ਰਾਜ ਹੁਣ ਵਾਹਿਗੁਰੂ ਮੰਤਰ ਦੀ ਵਿਸ਼ੇਸ਼ਤਾ ਹੀ ਜਿਵੇਂ ਕਥਨ ਕਰਨਗੇ ਉਹ ਸਰਵਣ ਕਰਾਂਗੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਆਪ ਅਛਤ ਸਮਰੱਥ ਪ੍ਰਭ ਦਈ ਬਡਾਈ ਨਾਮ, ਅਪਰ ਤਰਕ ਕੋ ਕਰ ਸਕਹਿ ਸਭ ਮਾਨਹਿ ਗੁਣ ਧਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ, हे पूरन हे सरब मैं दुख भंजन गुण तास, हे संगी हे निरंकार, हे निर्गुण सब टेक, हे गोबिंद हे गुण निधान, जाकै सदा विवेक, हे अपरंपर हर हरे है पी होवनहार, हे संत है कै सदा संग निधारा आधार, हे ठाकुर हूँ दास रो मैं निर्गुण गुण नहीं कोई, नानक दीजै नाम दान राखो हियै परोए, आए प्रभ शरणागति कृपा निध दयाल, एक अखर हर मन बस्त नानक होत निहाल, वाहिगुरु नाम जहाज है चढ़े सुतरे पार, जो श्रद्धा कर सेम दे गुर पार उतारण हार, कथा निता प्रत होत है सुनो सुसिंग सुजान, नानक गुरु गोबिंद सिंह जी सदा करੈ कल्याण, नानक गुरु गोबिंद सिंह जी सदा